ओके जी। वाहिगुरु जी का खालसा, वाहिगुरु जी की फतेह। परम सम्मान जो गुरु प्यारे गुरु सवारे गुरमुख जनों, आप सारिਆਂ ਨੂੰ ਅੱਜ ਦੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਸਾਡੇ ਵਿਚਾਰਾਂ ਦਾ ਵਿਸ਼ਾ ਹੈ ਨੇਮ, ਪ੍ਰੇਮ, ਜੀਵਨ ਅਤੇ ਪ੍ਰਚਾਰ। ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ, ਉਸ ਤੋਂ ਬਾਅਦ ਵੀਰ ਗੁਰਸ਼ਨ ਸਿੰਘ ਜੀ ਸਾਡੇ ਨਾਲ ਪ੍ਰੈਜੈਂਟੇਸ਼ਨ ਕਰਨਗੇ। ਪਹਿਲਾਂ ਅਸੀਂ ਮੂਲ ਮੰਤਰ ਦਾ ਪਾਠ ਕਰਾਂਗੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਲਤ ਅਜੂਨੀ ਸੈਭੰ ਗੁਰ ਪ੍ਰਸਾਦ। ਅੱਜ ਦੀ ਜੋ ਸਾਡੀ ਵਿਚਾਰ ਹੈ, ਪ੍ਰੈਜੈਂਟੇਸ਼ਨ ਹੈ ਸਰ ਗੁਰਸ਼ਨ ਸਿੰਘ ਜੀ ਚੰਡੀਗੜ੍ਹ ਤੋਂ, ਨੇਮ, ਪ੍ਰੇਮ, ਜੀਵਨ ਅਤੇ ਪ੍ਰਚਾਰ। तो मैं उन्होंने बेनती करता हाँ कि अज का यह विषय अपना शुरू कर। वीर गुरशन सिंह जी चंडीगढ़। वाहिगुरू जी का खालसा, वाहिगुरू जी की फतेह। गुरु प्यारियो, गुरु सवारियो, एक बार फिर फतेह नाल सांझ करना जी। वाहिगुरू जी का खालसा, वाहिगुरू जी की फतेह। अज जिहड़ा विषय असीं इस क्लास च सांझा करना है, नेम, प्रेम, जीवन ਅਤੇ ਪ੍ਰਚਾਰ। ਵਿਸ਼ੇ ਤੋਂ ਇੰਜ ਜਾਪਦਾ ਹੈ ਜਿਵੇਂ ਸਿੱਖ ਦੇ ਜੀਵਨ ਦੀਆਂ ਇਹ 4 ਸਟੇਜਿਸ ਹੋਣ, 4 ਪੱਖ ਹੋਣ। ਪਹਿਲਾ ਹੈ ਨੇਮ, ਦੂਜਾ ਹੈ ਪ੍ਰੇਮ, ਤੀਜਾ ਹੈ ਜੀਵਨ ਤੇ ਚੌਥਾ ਪ੍ਰਚਾਰ। ਜਦੋਂ ਅਸੀਂ ਗੱਲ ਨੇਮ ਤੋਂ ਸ਼ੁਰੂ ਕਰਦੇ ਹਾਂ, ਉਹ ਜਦੋਂ ਪ੍ਰੇਮ 'ਚ ਪ੍ਰਗਟ ਹੁੰਦਾ ਹੈ, ਉਹ ਜਦੋਂ ਸਾਡੇ ਜੀਵਨ 'ਚ ਆਉਂਦਾ ਹੈ, ਤੇ ਫਿਰ ਜਿਹੜੀ ਸਾਡੀ ਇੱਕ ਰਿਸਪੌਂਸਿਬਿਲਿਟੀ ਹੈ, ਜਿਹੜੀ ਸਾਡੀ ਇੱਕ ਜ਼ਿੰਮੇਵਾਰੀ ਹੈ, ਉਹਨੂੰ ਆਪਾਂ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ। ਤੇ ਪਹਿਲਾਂ ਆਓ ਪਿਆਰ ਨਾਲ ਪਹਿਲੇ ਸਟੇਜ ਦੀ ਪਹਿਲੀ ਚੀਜ਼ ਦੀ ਆਪਾਂ ਗੱਲ ਕਰੀਏ। ਪਹਿਲੀ ਗੱਲ ਹੈ ਕਿ ਨੇਤਾ ਪ੍ਰਤੀ, ਯਾਨੀ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਔਰ ਉੱਥੋਂ ਲੈ ਕੇ ਜਦੋਂ ਤੱਕ ਆਪਾਂ ਸੌਂਦੇ ਹਾਂ, ਜਿੰਨੇ ਵੀ ਕੰਮ ਕਰਦੇ ਹਾਂ ਉਹ ਨੇਤਾ ਪ੍ਰਤੀ ਹੁੰਦੇ ਨੇ। ਤੇ ਆਮ ਤੌਰ ਦੇ ਉੱਤੇ ਉਹਨਾਂ ਦੀ ਇੱਕ ਪੈਟਰਨ ਹੁੰਦਾ ਹੈ, ਉਹਨਾਂ ਦੀ ਇੱਕ ਤਰਤੀਬ ਹੁੰਦੀ ਹੈ ਜਿਹੜੀ ਲਗਾਤਾਰ ਚਲਦੀ ਰਹਿੰਦੀ ਹੈ। ਵਿਚਾਰਵਾਨਾਂ ਦਾ ਕਥਨ ਹੈ, ਜਿਹੜੇ ਦਿਮਾਗ ਦੇ ਖੋਜੀ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਜਿੱਥੇ ਅਸੀਂ ਪਹੁੰਚਣਾ ਹੈ ਉਹਦੀ ਸ਼ੁਰੂਆਤ ਸਾਡੇ ਡੇਲੀ ਰੂਟੀਨ ਤੋਂ ਹੁੰਦੀ ਹੈ। The secret of destiny lies in the daily routine। ਕਿਉਂਕਿ ਕਾਰਨ ਇਹ ਹੈ ਕਿ ਜਿਹੜੇ ਬਾਰ-ਬਾਰ ਕੰਮ ਕੀਤਾ ਜਾਵੇ ਉਹ ਸਾਡੇ ਅੰਤਰੀਵ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੋ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਇੱਕ ਤਰੀਕੇ ਨਾਲ ਉਵੇਂ ਪ੍ਰੋਗਰਾਮ ਹੁੰਦਾ ਹੈ ਜਿਸ ਤਰੀਕੇ ਨਾਲ ਅਸੀਂ ਰੋਜ਼ ਦੇ ਕੰਮ ਕਰਦੇ ਹਾਂ। ਇਹਦਾ ਮਤਲਬ ਇਹ ਹੈ ਕਿ ਜਿਹੜੇ ਰੋਜ਼ ਦੇ ਸਾਡੇ ਕੰਮ ਨੇ, ਜਿਹੜਾ ਰੋਜ਼ ਦਾ ਸਾਡਾ ਰੂਟੀਨ ਹੈ, ਆਪਾਂ ਕਹਿ ਦਿੰਦੇ ਹਾਂ ਵੀ ਉਹ ਫਲਾਣੇ ਬੰਦੇ ਦਾ ਇਹੋ ਜਿਹਾ ਨੇਮ ਹੈ। ਜਿਵੇਂ ਉਹ ਕਿੰਨੇ ਵਜੇ ਉੱਠਦਾ ਹੈ, ਉਹ ਕਿੰਨੇ ਵਜੇ ਸੈਰ ਤੇ ਜਾਂਦਾ ਹੈ, ਉਹ ਸਵੇਰੇ ਉੱਠ ਕੇ ਨਿਤਨੇਮ ਕਰਦਾ ਹੈ। ਤੇ ਹਰੇਕ ਬੰਦੇ ਦਾ ਆਪਣਾ ਆਪਣਾ ਨੇਮ ਹੈ, ਜਿਸ ਤਰੀਕੇ ਨਾਲ ਉਹ ਨਿਤਾ ਪ੍ਰਤੀ ਕੰਮ ਕਰਦਾ ਹੈ। ਤੇ ਸਵੇਰ ਦਾ ਨੇਮ, ਦਿਨ ਦਾ ਨੇਮ ਤੇ ਸ਼ਾਮ ਦਾ ਨੇਮ, ਇਹ ਇੱਕ ਰੂਟੀਨ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਹਿੰਦੇ ਨੇ ਕਿ ਤਕਰੀਬਨ 90-95% ਇਨਸਾਨ ਉਵੇਂ ਹੀ ਜਿਉਂਦਾ ਰਹਿੰਦਾ ਹੈ ਜਿਵੇਂ ਉਹਦਾ ਡੇਲੀ ਰੂਟੀਨ ਹੋਵੇ। ਤੇ ਜਦੋਂ ਤੱਕ ਜੇ ਡੇਲੀ ਰੂਟੀਨ ਵਧੀਆ ਹੈ, ਜੇ ਡੇਲੀ ਰੂਟੀਨ ਚੰਗਾ ਹੈ, ਤੇ ਸਾਡਾ ਜੀਵਨ ਚੰਗਾ ਹੈ
ਔਰ ਜੇ ਡੇਲੀ ਰੂਟੀਨ ਚੰਗਾ ਨਹੀਂ ਤੇ ਸਾਡਾ ਜੀਵਨ ਚੰਗਾ ਨਹੀਂ। ਸਾਹਿਬਾਂ ਦੀ ਬਖਸ਼ਿਸ਼ ਰਹਿਮਤ ਕਿ ਹਰ ਸਿੱਖ ਦਾ ਡੇਲੀ ਰੂਟੀਨ ਸਾਹਿਬਾਂ ਨੇ ਚੰਗਾ ਦਰਸਾਇਆ ਹੈ ਕਿ ਅਸੀਂ ਭਲਕੇ ਉੱਠ ਕੇ ਹੀ परमात्मा ਦਾ ਸ਼ੁਕਰਾਨਾ ਕਰਨਾ ਹੈ, परमात्मा ਨੂੰ ਯਾਦ ਕਰਨਾ ਹੈ ਤੇ परमात्मा ਨੂੰ ਯਾਦ ਕਰਦੇ ਹੋਏ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ, ਬਾਣੀ ਨਾਲ ਜੁੜਨਾ ਹੈ ਤੇ ਆਪਣੇ ਅੰਮ੍ਰਿਤ ਵੇਲੇ ਨੂੰ ਸਾਂਭਣਾ ਹੈ। ਤਿੰਨ ਚੀਜ਼ਾਂ ਰੂਟੀਨ ਤੇ ਜੀਵਨ ਦੀ ਉਸਾਰੀ ਨਾਲ ਜੁੜੀਆਂ ਹੋਈਆਂ ਨੇ। ਪਹਿਲਾ ਹਿੱਸਾ ਹੈ ਸਾਡਾ ਡੇਲੀ ਦਾ ਅਨੁਸ਼ਾਸਨ, ਡੇਲੀ ਦਾ ਡਿਸਪਲਿਨ। ਡੇਲੀ ਡਿਸਪਲਿਨ ਦੇ ਵਿੱਚ ਹੀ ਸਾਡਾ ਡੇਲੀ ਰੂਟੀਨ ਬਣਦਾ ਹੈ। ਆ ਜਿਹੜੀ ਨਾਸਾ ਕਰਕੇ ਆਰਗੇਨਾਈਜੇਸ਼ਨ ਹੈ ਨਾ ਜੀ, ਜਿਹੜੀ ਇਨਸਾਨ ਨੂੰ ਐਸਟ੍ਰੋਨੌਟਸ ਨੂੰ ਬਣਾ ਕੇ ਭੇਜਦੀ ਹੈ, ਜਿਹਦੇ ਤੇ ਬਹੁਤ ਖਰਚਾ ਆਉਂਦਾ ਹੈ, ਉਹਨਾਂ ਦਾ ਸਭ ਤੋਂ ਪਹਿਲਾ ਕੰਮ ਹੀ ਇਹ ਹੈ ਕਿ ਆਪਣੇ ਉਹ ਜਿਹੜੇ ਐਸਟ੍ਰੋਨੌਟ ਟ੍ਰੇਨੀਜ਼ ਹੁੰਦੇ ਨੇ ਉਹਨਾਂ ਨੂੰ ਅਨੁਸ਼ਾਸਨ ਚ ਲੈ ਕੇ ਆਉਂਦੇ ਨੇ। 30 ਦਿਨ ਤੱਕ ਪਹਿਲਾਂ ਬਾਰ-ਬਾਰ ਉਹਨਾਂ ਨੂੰ ਕਿਸੇ ਖਾਸ ਢੰਗ ਨਾਲ ਜਿਉਣ ਦੀ ਤਰਤੀਬ ਦਿੱਤੀ ਜਾਂਦੀ ਹੈ, ਜਿਉਣ ਦਾ ਢੰਗ ਤਰੀਕਾ ਸਿਖਾਇਆ ਜਾਂਦਾ ਹੈ ਔਰ ਉਹੀ ਢੰਗ ਤਰੀਕਾ ਉਹ ਵਰਤਦੇ ਨੇ। ਉਹ ਇੱਕ ਰੂਟੀਨ ਸੈੱਟ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਦੇਖਿਆ ਹੋਣਾ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਉਹਨੂੰ ਵੀ ਅਸੀਂ ਇੱਕ ਰੂਟੀਨ ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਹਕੀਕਤ ਇਹ ਹੈ ਕਿ ਬਹੁਤ ਛੋਟਾ ਜਿਹੜਾ ਬੱਚਾ ਹੁੰਦਾ ਹੈ ਉਹਦਾ ਰੂਟੀਨ ਥੋੜੇ ਦਿਨਾਂ ਤੋਂ ਬਾਅਦ, ਜਦੋਂ ਬੱਚਾ ਆਪਣੇ ਕੁਝ ਮਹੀਨੇ ਤੋਂ ਬਾਅਦ ਜ਼ਿੰਦਗੀ ਜੀਣਾ ਸ਼ੁਰੂ ਕਰਦਾ ਹੈ, ਉਹਦਾ ਆਪਣੇ ਮਾਪਿਆਂ ਵਰਗਾ ਰੂਟੀਨ ਹੋ ਜਾਂਦਾ ਹੈ ਤੇ ਜਦੋਂ ਸਕੂਲ ਜਾਂਦਾ ਹੈ ਫਿਰ ਸਕੂਲ ਵਾਲਾ ਰੂਟੀਨ ਹੋ ਜਾਂਦਾ ਹੈ। ਤੇ ਰੂਟੀਨ, ਡਿਸਪਲਿਨ ਇਹ ਇੱਕੋ ਚੀਜ਼ ਹੈ। ਜੇ ਡਿਸਪਲਿਨ ਚੰਗਾ ਹੋਵੇ, ਰੂਟੀਨ ਚੰਗਾ ਹੋਵੇ ਤੇ ਉਹਦੇ ਚ ਜਿਹੜੀ ਚੀਜ਼ ਪਣਪਦੀ ਹੈ ਉਹਦਾ ਨਾਂ ਹੀ ਗੁਣ ਹੈ। ਬਿਨਾਂ ਡਿਸਪਲਿਨ ਤੇ ਗੁਣ ਪੈਦਾ ਹੀ ਨਹੀਂ ਹੋ ਸਕਦੇ। ਤੇ ਗੁਣਾਂ ਦੀ ਸ਼ੁਰੂਆਤ, ਗੁਣਾਂ ਦੀ ਨਰਚਰਿੰਗ, ਉਹਦਾ ਆਧਾਰ ਹੈ ਕੁਆਲਿਟੀ। ਸਾਰੀ ਗੁਰਮਤ, ਸਾਰਾ ਗੁਰਬਾਣੀ ਦਾ ਗਿਆਨ ਗੁਣਾਂ ਲਈ ਪ੍ਰੇਰਿਤ ਕਰਦਾ ਹੈ ਤੇ ਬਿਨਾਂ ਅਨੁਸ਼ਾਸਨ ਤੋਂ ਗੁਣ ਨਹੀਂ ਆਉਂਦੇ। ਇਸ ਕਰਕੇ ਜਿਹੜੀ ਸਾਡੀ ਰੂਟੀਨ ਹੈ ਉਹ ਸਾਡੇ ਗੁਣਾਂ ਨਾਲ ਜੁੜੀ ਹੈ। ਤੇ ਜਦੋਂ ਇਨਸਾਨ ਦੇ ਜੀਵਨ 'ਚ ਚੰਗਾ ਅਨੁਸ਼ਾਸਨ ਹੋਵੇ, ਚੰਗਾ ਰੂਟੀਨ ਹੋਵੇ, ਉਹਦੀ ਜ਼ਿੰਦਗੀ 'ਚ ਗੁਣ ਆ ਜਾਣ ਤੇ ਉਹ ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਆਪਣਾ ਚੰਗਾ ਯੋਗਦਾਨ ਪਾ ਸਕਦਾ ਹੈ। ਤੇ ਤਿੰਨ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸਾਡਾ ਰੋਜ਼ ਦਾ ਰੂਟੀਨ, ਸਾਡੀ ਜ਼ਿੰਦਗੀ ਦੀ ਕੁਆਲਿਟੀ ਔਰ ਜਿਹੜੀ ਅਸੀਂ ਪਰਿਵਾਰ ਦੇ ਲੈਵਲ ਤੇ ਜਾਂ ਪ੍ਰੋਫੈਸ਼ਨਲ ਲੈਵਲ ਤੇ ਜਾਂ ਸਮਾਜਿਕ ਲੈਵਲ ਤੇ ਜਿਹੜਾ ਵੀ ਸਾਡਾ ਯੋਗਦਾਨ ਹੈ ਉਹਦੀ ਸ਼ੁਰੂਆਤ ਰੂਟੀਨ ਨਾਲ ਹੈ। ਉਹਦੀ ਇੰਨੀ ਜ਼ਿਆਦਾ ਵੱਡੀ ਇੰਪੋਰਟੈਂਸ ਸਾਡੇ ਜੀਵਨ ਵਿੱਚ ਹੈ। ਹੁਣ ਅਗਲੀ ਗੱਲ ਆਉਂਦੀ ਹੈ, ਜਿਹੜਾ ਕੰਮ ਅਸੀਂ ਕਰਨਾ ਹੋਵੇ, ਰੋਜ਼ ਕਰਨਾ ਹੋਵੇ, ਤੇ ਜਦ ਤੱਕ ਉਹਦੇ ਨਾਲ ਨਾ ਪਿਆਰ ਨਹੀਂ ਉਪਜਦਾ, ਉਹਦੇ ਪ੍ਰਤੀ ਸਾਡੇ ਮਨ 'ਚ ਉਮੰਗ ਨਹੀਂ ਨਾ ਪੈਦਾ ਹੁੰਦੀ, ਤਦੋਂ ਤੱਕ ਅਸੀਂ ਦੇਖਾ ਦੇਖੀ ਤਾਂ ਕਰ ਸਕਦੇ ਹਾਂ, ਇੱਕ ਮੁਸ਼ਕਿਲ ਵਜੋਂ ਕਰ ਸਕਦੇ ਹਾਂ, ਇੱਕ ਦਿੱਕਤ ਦੀ ਤਰ੍ਹਾਂ ਕਰ ਸਕਦੇ ਹਾਂ, ਇੱਕ ਖਾਣਾ ਪੂਰਤੀ ਦੀ ਤਰ੍ਹਾਂ ਤਾਂ ਕਰ ਸਕਦੇ ਹਾਂ, ਲੇਕਿਨ ਉਹਦੇ ਨਾਲ ਪਿਆਰ ਨਹੀਂ ਉਪਜਦਾ। ਚੰਗੇ ਰੂਟੀਨ ਨਾਲ ਅਗਲੀ ਗੱਲ ਜਿਹੜੀ ਹੈ ਕਿ ਰੂਟੀਨ ਇਹੋ ਜਿਹਾ ਹੋਵੇ ਕਿ ਸਾਡੇ ਮਨ ਵਿੱਚ ਉਹਦੇ ਲਈ ਇੱਕ ਚੰਗੀ ਭਾਵਨਾ ਹੋਵੇ, ਜਿਹਨੂੰ ਜੇ ਇਮੋਸ਼ਨਲੀ ਆਪਾਂ ਉਸ ਗੱਲ ਨਾਲ ਅਟੈਚ ਹੋ ਜਾਈਏ ਕਿ ਆਹ ਜਿਹੜਾ ਮੈਂ ਸਵੇਰੇ ਕੰਮ ਕਰਦਾ ਹਾਂ ਇਹ ਬਹੁਤ ਹੀ ਜ਼ਰੂਰੀ ਹੈ। ਭਾਵੇਂ ਉਹ ਸਵੇਰੇ ਉੱਠਣ ਦਾ ਕੰਮ ਹੈ, ਪਰਮਾਤਮਾ ਨੂੰ ਯਾਦ ਕਰਨ ਦਾ ਕੰਮ ਹੈ, ਐਕਸਰਸਾਈਜ਼ ਕਰਨ ਦਾ ਕੰਮ ਹੈ, ਜੋ ਕੁਝ ਵੀ ਹੈ, ਜੋ ਕੁਝ ਅਸੀਂ ਕਰਦੇ ਹਾਂ, ਸਵੇਰੇ ਕਰਦੇ ਹਾਂ, ਦਿਨੇ ਕਰਦੇ ਹਾਂ, ਸ਼ਾਮ ਕਰਦੇ ਹਾਂ, ਜਦ ਉਹਦੇ ਨਾਲ ਸਾਡਾ ਇਮੋਸ਼ਨਲੀ ਅਟੈਚਮੈਂਟ ਹੁੰਦੀ ਹੈ, ਚੰਗੀ ਭਾਵਨਾ ਨਾਲ ਕਰਦੇ ਹਾਂ, ਪ੍ਰੇਮ ਨਾਲ ਕਰਦੇ ਹਾਂ, डिवोशन ਨਾਲ ਕਰਦੇ ਹਾਂ, ਡੈਡੀਕੇਸ਼ਨ ਨਾਲ ਕਰਦੇ ਹਾਂ, ਔਰ ਖਾਸ ਕਰਕੇ ਪ੍ਰੇਮ ਦਾ ਮਤਲਬ ਹੈ ਕਿ ਅਨਕੰਡੀਸ਼ਨਲੀ ਕਿਸੇ ਤਰ੍ਹਾਂ ਦੀ ਵੀ ਕੋਈ ਆਸ ਰੱਖੇ ਤੋਂ ਬਿਨਾ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਇੱਕ ਪ੍ਰੇਮ ਪੈਦਾ ਹੋ ਜਾਂਦਾ ਹੈ। ਉਹ ਸਾਡੀ ਜ਼ਿੰਦਗੀ ਦਾ ਇੱਕ ਪਿਆਰਾ ਹਿੱਸਾ ਬਣ ਜਾਂਦਾ ਹੈ। ਬਾਰ ਕੀਤੇ ਹੋਏ ਕੰਮ ਰੂਟੀਨ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਚੰਗਾ ਲੱਗਣਾ ਚਾਹੁੰਦੇ, ਕਹਿੰਦੇ ਆ ਬਈ ਪਹਿਲਾਂ ਤਾਂ ਬੰਦਾ ਆਪਣੀ ਆਦਤਾਂ ਬਣਾਉਂਦਾ ਹੈ,
ਤੇ ਫਿਰ ਆਦਤਾਂ ਇੰਨੀਆਂ ਪਿਆਰੀਆਂ ਹੋ ਜਾਂਦੀਆਂ ਨੇ। ਆਪਾਂ ਆਮ ਤੌਰ ਦੇ ਉੱਤੇ ਜਦੋਂ ਜ਼ਿੰਦਗੀ 'ਚ ਵਿਚਰਦੇ ਆਂ ਤੇ ਦੇਖਦੇ ਆਂ ਕਿ ਕਿਸੇ ਬੰਦੇ ਨੂੰ ਕਹੋ ਵੀ ਆਹ ਕੰਮ ਛੱਡ ਦੇ ਤੇ ਆਹ ਸ਼ੁਰੂ ਕਰ ਲੈ, ਉਹ ਕਹੇਗਾ ਨਹੀਂ ਮੇਰੀ ਤਾਂ ਆਹ ਆਦਤ ਹੈ। ਹਰ ਇਨਸਾਨ ਆਪਣੀ ਆਦਤਾਂ ਨਾਲ ਪਿਆਰ ਕਰਦਾ ਹੈ, ਔਰ ਜੇ ਆਦਤਾਂ ਚੰਗੀਆਂ ਨੇ ਤੇ ਆਪਣੇ ਆਪ ਹੀ ਜੀਵਨ ਚੰਗਾ ਹੋ ਜਾਂਦਾ ਹੈ। ਤੇ ਰੂਟੀਨ ਜੇ ਬਦਲਣਾ ਹੋਵੇ, ਰੂਟੀਨ ਜੇ ਵਧੀਆ ਬਣਾਉਣਾ ਹੋਵੇ, ਜੇ ਆਪਣੀ ਜ਼ਿੰਦਗੀ 'ਚ ਤਬਦੀਲੀ ਲਿਆਣੀ ਹੋਵੇ, ਜੇ ਅੱਗੇ ਵਧਣਾ ਹੋਵੇ, ਜੇ ਅਗਾਂਹ ਨੂੰ ਤਰੰਗ ਕਰਨਾ ਹੋਵੇ, ਤੇ ਉਹਦੇ ਲਈ ਇਹ ਅਤ ਜ਼ਰੂਰੀ ਹੈ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਪਿਆਰ ਹੋਵੇ, ਭਾਵਨਾ ਹੋਵੇ, ਡੈਡੀਕੇਸ਼ਨ ਹੋਵੇ, ਤੇ ਅਸੀਂ ਉਸ ਕੰਮ ਨੂੰ ਕਰਦੇ ਕਰਦੇ ਆਪਣੇ ਜੀਵਨ ਦਾ ਅੰਗ ਬਣਾ ਸਕਦੇ ਹਾਂ। ਇਹ ਭਾਵ ਹੈ ਪ੍ਰੇਮ ਦਾ। ਹੁਣ ਇਹਨੂੰ ਆਪਾਂ ਥੋੜਾ ਜਿਹਾ ਇੱਕ ਵੱਖਰੇ ਤੌਰ ਤੇ ਦੇਖੀਏ ਕਿ ਅਸੀਂ ਨੇਮ ਪ੍ਰੇਮ ਤੇ ਜੀਵਨ ਦੀ ਗੱਲ ਜਿਹੜੀ ਕਰ ਰਹੇ ਹਾਂ, ਇਸ ਤਰੀਕੇ ਨਾਲ ਦੇਖੀਏ ਕਿ ਸਾਡੀ ਪਰਸਨੈਲਿਟੀ, ਸਾਡਾ ਜਿਹੜਾ ਵਿਅਕਤੀਤਵ ਹੈ ਉਹ 3 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਹਿੱਸਾ ਹੈ ਸਾਡੇ ਮਨ ਦੇ ਅੰਦਰ, ਦਿਮਾਗ ਦੇ ਅੰਦਰ ਕੀ ਵਿਚਾਰ ਚੱਲ ਰਹੇ ਨੇ। ਹਕੀਕਤ ਇਹ ਹੈ ਕਿ ਸਾਰਾ ਦਿਨ ਸਾਡੇ ਕੁਛ ਨਾ ਕੁਛ ਵਿਚਾਰ ਚੱਲ ਰਹੇ ਹੁੰਦੇ ਨੇ। ਉਹ ਵਿਚਾਰ ਉਦੋਂ ਪੈਦਾ ਨਹੀਂ ਹੁੰਦੇ, ਉਹਨਾਂ ਦੀ ਪੈਦਾਇਸ਼ ਬਚਪਨ ਤੋਂ ਲੈ ਕੇ ਜਵਾਨੀ ਤੋਂ ਲੈ ਕੇ ਜਿਹੜੀ ਜ਼ਿੰਦਗੀ 'ਚ ਜਿਹੇ ਜੇ ਅਸੀਂ ਕੰਮ ਕਰਦੇ ਰਹਿੰਦੇ ਹਾਂ, ਜਿਹਨੂੰ ਮਿਲਦੇ ਰਹਿੰਦੇ ਹਾਂ, ਜੋ ਪੜ੍ਹਦੇ ਹਾਂ, ਜੋ ਸੁਣਦੇ ਹਾਂ, ਜਿਨ੍ਹਾਂ ਨੂੰ ਮਿਲਦੇ ਹਾਂ, ਉਹ ਸਾਰੇ ਵਿਚਾਰ ਸਾਡੇ ਅੰਦਰ ਚੱਲ ਰਹੇ ਹੁੰਦੇ ਨੇ। ਲੇਕਿਨ ਚੰਗਾ ਵਿਚਾਰ ਜਦ ਤੱਕ ਅੰਦਰ ਨਹੀਂ ਆਏਗਾ ਤੇ ਤਬਦੀਲੀ ਨਹੀਂ ਆਏਗੀ। ਸਾਡੀ ਜਿਹੜੀ ਪਰਸਨੈਲਿਟੀ ਹੈ ਉਹਦੇ 3 ਹਿੱਸੇ ਨੇ। ਪਹਿਲਾ ਹੈ ਵਿਚਾਰ, ਦੂਸਰਾ ਜਿਹਦੀ ਹੁਣੀ ਆਪਾਂ ਗੱਲ ਕਰੀ ਸੀ ਪ੍ਰੇਮ ਵਾਲੀ, ਭਾਵਨਾ ਵਾਲੀ ਗੱਲ, ਫੀਲਿੰਗ ਵਾਲੀ ਗੱਲ, ਤੇ ਤੀਸਰਾ ਹੈ ਕੰਮ। ਸਾਡੀ ਪਰਸਨੈਲਿਟੀ ਔਰ ਸਾਡੀ ਜ਼ਿੰਦਗੀ, ਇਹਦੇ 3 ਹਿੱਸੇ ਹੋ ਗਏ ਇੱਕ ਤਰੀਕੇ ਨਾਲ। ਜਿਵੇਂ ਕਿ ਆਪਾਂ ਬਾਰ-ਬਾਰ ਗੱਲਾਂ ਵੀ ਕਰਦੇ ਹਾਂ ਇਸੇ ਬਾਰੇ, ਵਿਚਾਰ, ਭਾਵਨਾ ਅਤੇ ਕੰਮ। ਇੱਕ ਹੱਥ ਜੋੜ ਬੇਨਤੀ ਕਰਾਂ ਉਹ ਇਹ ਕਿ ਆਪਾਂ ਹਰ ਵਾਰ, ਹਰ ਜਗ੍ਹਾ, ਹਰ ਪਲੇਟਫਾਰਮ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਜਦੋਂ ਵੀ ਮਿਲ ਬੈਠਦਾ ਹੈ ਤੇ ਗੱਲ ਕਰਦਾ ਹੈ ਕਿ ਜਿਹੜੀ ਸਿੱਖੀ ਹੈ ਇੱਕ ਜੀਵਨ ਜਾਂਚ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਜਾਂ ਗੱਲ ਕਰਦੇ ਹਾਂ, ਸਿੱਖੀ ਦੀ ਜਿਹੜੀ ਉਹ ਕਹਿੰਦੇ ਆ ਜੀ ਅਸੀਂ ਜੀਵਨ ਜਾਂਚ ਹੈ। ਔਰ ਆਪਾਂ ਇਹ ਵੀ ਕਹਿੰਦੇ ਹਾਂ ਕਿ ਜਿਹੜੀ ਸਿੱਖੀ ਦੀ ਜੀਵਨ ਜਾਂਚ ਹੈ ਉਹਦੀ ਵਿਲੱਖਣਤਾ ਇਹ ਹੈ ਕਿ ਉਹ ਯੂਨੀਵਰਸਲ ਹੈ, ਸਾਰਿਆਂ ਲਈ ਹੈ। ਦੂਜੀ ਉਹ ਪ੍ਰੈਕਟੀਕਲ ਹੈ, ਉਹਨੂੰ ਅਮਲ 'ਚ ਲਿਆਇਆ ਜਾ ਸਕਦਾ ਹੈ। ਤੀਸਰੀ ਗੱਲ ਆਪਾਂ ਇਹ ਵੀ ਕਰਦੇ ਹਾਂ ਉਹ ਸਿੰਪਲ ਹੈ, ਕਿਉਂਕਿ ਨੇਚਰ ਆਪਣੇ ਆਪ 'ਚ ਇਸੇ ਤਰੀਕੇ ਦੀ ਹੈ, ਕੁਦਰਤ ਆਪਣੇ ਆਪ 'ਚ ਇਸੇ ਤਰੀਕੇ ਦੀ ਹੈ ਕਿ ਉਹਨੇ ਇਨਸਾਨ ਦੀ ਜਿਹੜੀ ਬਣਤਰ ਬਣਾਈ ਹੈ 3 ਹਿੱਸਿਆਂ 'ਚ ਬਣਾਈ ਹੈ। ਸਾਡੇ ਜਿਹੜੇ ਜੀਵਨ ਦੀ ਵਿਚਾਰ, ਭਾਵਨਾ ਅਤੇ ਕੰਮ। ਸਿੱਖ ਦਾ ਹਰ ਕਰਮ ਇਸ ਤਰੀਕੇ ਨਾਲ ਜੁੜਿਆ ਹੈ। ਸਾਰੀ ਗੱਲ ਸ਼ੁਰੂ ਹੀ ਵਿਚਾਰ ਤੋਂ ਹੁੰਦੀ ਹੈ। ਆਪਾਂ ਕਹਿ ਦਿੰਦੇ ਹਾਂ ਸਿੱਖੀ ਸਿੱਖਿਆ ਗੁਰ ਵਿਚਾਰ। ਫਿਰ ਆਪਾਂ ਇਹ ਵੀ ਕਹਿੰਦੇ ਹਾਂ ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ, ਨੇਮ ਤੋਂ ਪ੍ਰੇਮ ਤੱਕ ਜਾਣ ਦੀ ਗੱਲ। ਜਦੋਂ ਵਿਚਾਰ ਅੰਦਰ ਜਾਣ, ਉਹਨਾਂ ਨਾਲ ਸਾਡਾ ਪਿਆਰ ਬਣ ਆਵੇ ਤੇ ਉਹ ਸਾਡੇ ਜੀਵਨ 'ਚੋਂ ਪ੍ਰਗਟ ਹੋਣ ਤੇ ਉਹ ਕੰਮ ਬਣ ਜਾਂਦੇ ਨੇ ਤੇ ਜੀਵਨ ਬਣ ਜਾਂਦਾ ਹੈ। ਹੁਣ ਗੱਲ ਹੈ ਕਿ ਜੀਵਨ, ਪ੍ਰਚਾਰ, ਇਹ 2 ਤਰੀਕੇ ਨਾਲ ਜੁੜਿਆ ਹੈ। 2 ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਹਿਲੀ ਗੱਲ ਤਾਂ ਇਹ ਕਿ ਕਈ ਵਾਰੀ ਆਪਾਂ ਕਹਿੰਦੇ ਆ ਆਹ ਚੀਜ਼ ਨਹੀਂ ਕਰਨੀ ਚਾਹੀਦੀ, ਇਸ ਗੱਲ ਦੀ ਮਨਾਹੀ ਹੈ। ਦੂਸਰੀ ਗੱਲ ਇਹ ਹੁੰਦੀ ਹੈ ਵੀ ਆਹ ਚੀਜ਼ ਕਰਨੀ ਚਾਹੀਦੀ ਹੈ। ਜਿੱਥੇ ਇੰਪੋਰਟੈਂਟ ਇਹ ਹੈ ਕਿ ਅਸੀਂ ਨਹੀਂ ਕਰਨਾ, ਉਸ ਤੋਂ ਕਿਤੇ ਵੱਧ ਇੰਪੋਰਟੈਂਟ ਹੈ ਕਿ ਅਸੀਂ ਕੀ ਕਰਨਾ ਹੈ। ਅਸੀਂ ਕੀ ਕਰਨਾ ਤੇ ਉਹਦੀ ਅੱਜ ਆਪਾਂ ਬਹੁਤ ਛੋਟੀ ਜੀ, ਬੜੀ ਸਿੰਪਲ ਜੀ, ਬੜੀ ਪਾਵਰਫੁਲ ਗੱਲਬਾਤ ਆਪਸ 'ਚ ਕਰਨੀ ਹੈ, ਜਿਹਨੂੰ ਕਿ ਆਪਾਂ ਆਪਣੇ ਆਪਣੇ ਲੈਵਲ ਤੇ ਔਰ ਅੱਗੇ ਪ੍ਰਚਾਰ ਦੇ ਲੈਵਲ ਤੇ ਲਿਆ ਜਾ ਸਕਦੇ। ਤੇ ਸਾਡਾ ਜੀਵਨ 3 ਚੀਜ਼ਾਂ ਨਾਲ ਜੁੜਿਆ ਹੈ। 3 ਪਾਰਟ ਨੇ, ਵਿਚਾਰ, ਭਾਵਨਾ ਤੇ ਕੰਮ। ਤੇ ਸਾਰੀ ਗੁਰਬਾਣੀ ਦੀ ਜਿਹੜੀ ਅਗਵਾਈ ਹੈ ਸਭ ਤੋਂ ਪਹਿਲਾਂ ਵਿਚਾਰ ਤੇ ਭਾਵਨਾ ਨਾਲ ਜੁੜੀ ਹੈ, ਔਰ ਉਸ ਵਿਚਾਰ ਔਰ ਭਾਵਨਾ ਦੇ ਵਿੱਚੋਂ ਹੀ ਚੰਗੇ ਕੰਮਾਂ ਦਾ ਜਿਹੜਾ ਹੈ ਜਨਮ ਹੋਣਾ ਹੈ। ਤੇ ਆਪਾਂ ਇਹ ਵੀ ਕਹਿੰਦੇ ਆ ਕਿ ਸਿੱਖੀ ਵਿਚਾਰਾਂ ਦੀ ਗੱਲ ਹੈ, ਸ਼ਬਦ ਦੀ ਗੱਲ ਹੈ।
ਗੁਰਬਾਣੀ ਸ਼ਬਦ ਰੂਪ ਚ ਹੈ, ਗਿਆਨ ਰੂਪ ਚ ਹੈ, ਤੇ ਜੀਵਨ ਦਾ ਸਭ ਤੋਂ ਇੰਪੋਰਟੈਂਟ ਔਰ ਸਭ ਤੋਂ ਵੱਡਾ ਪੱਖ ਵਿਚਾਰ ਹੀ ਹਨ। ਜਿੱਥੇ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਰੂਟੀਨ ਦੇ ਵਿੱਚ ਚੰਗੇ ਵਿਚਾਰਾਂ ਦਾ ਆਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਨਿਤਾ ਪ੍ਰਤੀ ਜਿਹੜੇ ਵਿਚਾਰ ਹੈ ਉਹੇ ਜਿਹੇ ਹੀ ਰਹਿਣਗੇ। ਗੁਰੂ ਵਾਲੇ ਵਿਚਾਰ, ਚੰਗਿਆਈ ਵਾਲੇ ਵਿਚਾਰ, ਗੁਣਾ ਵਾਲੇ ਵਿਚਾਰ ਜੇ ਨਿਤਾ ਪ੍ਰਤੀ ਨਹੀਂ ਆਣਗੇ ਤੇ ਜੀਵਨ ਦਾ ਹਿੱਸਾ ਨਹੀਂ ਬਣਾਂਗੇ। ਔਰ ਨਿਤਾ ਪ੍ਰਤੀ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਸਾਡਾ ਸਵੇਰ ਦਾ ਵਕਤ, ਅੰਮ੍ਰਿਤ ਵੇਲੇ ਦਾ ਵਕਤ ਆਪਣੇ ਵਿਚਾਰਾਂ ਨੂੰ ਵਧੀਆ ਕਰਨ ਵਾਲਾ ਹੈ। ਨਿੱਜੀ ਤੌਰ ਦੇ ਉੱਤੇ ਸਾਡੇ ਵਿਚਾਰਾਂ ਦੀ ਸ਼ੁਰੂਆਤ ਗੁਰੂ ਆਸ਼ੇ ਅਨੁਸਾਰ, ਗੁਰਬਾਣੀ ਅਨੁਸਾਰ ਜੇ ਹੋਏਗੀ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਉਸ ਵਿਚਾਰ ਨਾਲ ਅਸੀਂ ਭਾਵਨਾ ਨਾਲ, ਬੜੀ ਭਾਵਨਾ ਨਾਲ, ਪ੍ਰੇਮ ਨਾਲ ਜੁੜਾਂਗੇ ਤੇ ਫਿਰ ਜ਼ਿੰਦਗੀ ਦੇ ਕੰਮ ਵੀ ਵਧੀਆ ਹੋ ਜਾਣਗੇ, ਜੀਵਨ ਵੀ ਵਧੀਆ ਹੋ ਜਾਏਗਾ। ਇਹ ਤਿੰਨੋਂ ਚੀਜ਼ਾਂ ਹੋਣਗੀਆਂ। ਹੁਣ ਇਸ ਪੰਕਤੀ ਦੇ ਵਿੱਚ ਜਿਹੜੀ ਮੈਂ ਆਪ ਜੀ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਉਹ ਇਹ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਗੁਰਬਾਣੀ ਯੂਨੀਵਰਸਲ ਹੈ, ਪ੍ਰੈਕਟੀਕਲ ਹੈ, ਸਿੰਪਲ ਹੈ, ਇਹ ਪੰਕਤੀਆਂ ਆਪਾਂ ਗੁਰੂ ਸਾਹਿਬ ਦਾ ਇਹ ਫਰਮਾਨ ਆਪਾਂ ਕਈ ਵਾਰੀ ਸ਼ੇਅਰ ਕਰਦੇ ਹਾਂ ਤੇ ਇਹਨੂੰ ਆਪਾਂ ਝਾਤ ਮਾਰੀਏ, ਇਹ ਹੈ ਗ੍ਰੈਂਡ ਫਾਰਮੂਲਾ ਆਫ ਲਾਈਫ। ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਕੋਈ ਵੀ ਬੰਦਾ ਇਸ ਸਿੰਪਲ ਜੇ ਫਾਰਮੂਲੇ ਨੂੰ ਸਮਝ ਕੇ ਆਪਣੇ ਨਿੱਜੀ ਜੀਵਨ ਨੂੰ, ਆਪਣੇ ਸਮਾਜਿਕ ਜੀਵਨ ਨੂੰ, ਆਪਣੇ ਪੰਥਕ ਜੀਵਨ ਨੂੰ, ਆਪਣੇ ਪ੍ਰੋਫੈਸ਼ਨਲ ਜੀਵਨ ਨੂੰ ਸਵਾਰ ਸਕਦਾ ਹੈ। ਤੇ ਗ੍ਰੈਂਡ ਫਾਰਮੂਲਾ ਕੀ ਹੈ? ਇਹ ਗ੍ਰੈਂਡ ਫਾਰਮੂਲਾ ਜਿਹੜਾ ਹੈ ਸਿੰਪਲ ਹੈ, ਇਹ ਹੈ ਇਹ ਮਨ ਜੈਸਾ ਸੇਵੈ ਤੈਸਾ ਹੋਵੇ, ਤੇਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਤੇ ਇਸ ਪੰਕਤੀ ਦੇ ਵਿੱਚ ਪੂਰੇ ਜੀਵਨ ਜਿਉਣ ਦਾ ਢੰਗ ਤਰੀਕਾ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਤਾ ਕਿ ਜਿਹੜਾ ਸਾਡਾ ਮਨ ਹੈ, ਜਿਹੇ ਜਿਹੇ ਵਿਚਾਰ ਇਹਦੇ ਵਿੱਚ ਆਉਂਦੇ ਨੇ, ਫਿਰ ਉਹ ਸਾਡੀ ਭਾਵਨਾਵਾਂ ਤੇ ਫੀਲਿੰਗ ਤੇ ਅਸਰ ਕਰਦੇ ਨੇ ਤੇ ਅਸੀਂ ਉਹੀ ਕਰਮ ਕਮਾਨੇ ਆ। ਔਰ ਰੱਬ ਦੇ ਬਣਾਏ ਹੋਏ ਹੁਕਮ ਅਨੁਸਾਰ ਰੱਬ ਦੀ ਰਜ਼ਾ ਇਹ ਹੈ। ਕਿਹੜੀ ਰਜ਼ਾ ਹੈ ਰੱਬ ਦੀ? ਰੱਬ ਦੀ ਰਜ਼ਾ ਹੈ ਆਪ ਬੀਜ ਆਪੇ ਹੀ ਖਾਵਣਾ, ਕਿ ਜਿਹੇ ਜੇ ਮਨ ਦੇ ਵਿਚਾਰ ਹੋਣਗੇ, ਜਿਹੇ ਜੇ ਸਾਡੀ ਭਾਵਨਾ ਹੋਏਗੀ, ਜਿਹੇ ਜੇ ਸਾਡੇ ਕੰਮ ਹੋਣਗੇ ਤਰਤੀਬ ਨਾਲ, ਪਹਿਲਾਂ ਵਿਚਾਰ, ਫਿਰ ਭਾਵਨਾ ਤੇ ਫਿਰ ਕੰਮ, ਉਹ ਸਾਡਾ ਜੀਵਨ ਹੋਇਆ ਜਿਹਾ ਹੀ ਹੋ ਜਾਏਗਾ। ਹੁਣ ਵਿਚਾਰ ਕਹੇ ਜੇ ਹੋਣ, ਭਾਵਨਾ ਕਹੀ ਜੀ ਹੋਵੇ, ਸਾਡੇ ਕੰਮ ਕਹੇ ਜੇ ਹੋਣ, ਇਹ ਅਤੀ ਜ਼ਰੂਰੀ ਹੈ ਕਿ ਇਸ ਫਾਰਮੂਲੇ ਦੇ ਹਿਸਾਬ ਨਾਲ, ਇਸ ਸਿੰਪਲ ਪਾਵਰਫੁਲ ਫਾਰਮੂਲੇ ਦੇ ਹਿਸਾਬ ਨਾਲ ਜਿਹਦੇ ਅਨੁਸਾਰ ਸਾਡਾ ਜੀਵਨ ਚੱਲਦਾ ਹੈ, ਅਸੀਂ ਉਸ ਅਨੁਸਾਰ ਜੀਵੀਏ। ਸਾਡਾ ਨਿੱਜੀ, ਸਾਡਾ ਸਮਾਜਿਕ, ਸਾਡਾ ਧਾਰਮਿਕ ਜੀਵਨ ਸਫਲ ਹੋਵੇ, ਐਸਾ ਹੀ ਜੀਵਨ ਜੀਣਾ ਚਾਹਾਂਗੇ ਨਾ ਜੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਫਲਤਾ ਮਿਲੇ, ਸਾਨੂੰ ਨਿੱਜੀ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਆਰਥਿਕ ਤੌਰ ਤੇ, ਪ੍ਰੋਫੈਸ਼ਨਲੀ ਸਾਨੂੰ ਸਫਲਤਾ ਮਿਲੇ। ਇਸ ਤੋਂ ਅੱਗੇ ਚੱਲਣ ਇਸ ਤਰੀਕੇ ਨਾਲ ਇਹ ਹੋਇਆ ਕਿ ਸਾਡਾ ਰੂਟੀਨ, ਸਾਡਾ ਨਿਤ ਦਾ ਰੂਟੀਨ, ਸਾਡੀ ਭਾਵਨਾ, ਸਾਡਾ ਜਿਨ੍ਹਾਂ ਚੀਜ਼ਾਂ ਨਾਲ ਪ੍ਰੇਮ ਹੈ ਔਰ ਜਿਹੜੇ ਸਾਡੇ ਕੰਮ ਨੇ ਉਹ ਸਾਡੇ ਜੀਵਨ ਨਾਲ ਜੁੜੇ ਹੈ। ਹੁਣ ਉਹ ਜੀਵਨ ਸਫਲ ਕਿਵੇਂ ਹੋਵੇ? ਹਾਲਾਂਕਿ ਅਸੀਂ ਉਹਦੀ ਡਿਟੇਲ 'ਚ ਨਹੀਂ ਜਾਵਾਂਗੇ, ਲੇਕਿਨ ਸਾਰੀ ਗੁਰਬਾਣੀ ਇਸ ਬਾਰੇ ਹੀ ਸਾਨੂੰ ਅਗਵਾਈ ਕਰਦੀ ਹੈ। ਔਰ ਉਸ ਅਗਵਾਈ ਨੂੰ, ਜਿਵੇਂ ਕਿ ਪਿੱਛੇ ਆਪ ਜੀ ਨੇ ਸਾਂਝ ਵੀ ਕੀਤੀ ਹੈ ਰਹਿਤ ਮਰਿਆਦਾ 'ਚ, ਇਹੀ ਜਿਹੜੀ ਗੱਲ ਹੈ ਸਿੱਖ ਦਾ ਜੀਵਨ ਕਿਹਾ ਜਾ ਹੋਵੇ, ਜੋ ਗੁਰਬਾਣੀ ਦੱਸਦੀ ਹੈ ਉਸ ਨੂੰ ਅਮਲੀ ਰੂਪ ਦੇਣ ਲਈ ਦੋ ਤਰੀਕੇ ਦਾ ਜੀਵਨ ਰਹਿਤ ਮਰਿਆਦਾ 'ਚ ਅੰਕਿਤ ਹੈ। ਜਿਵੇਂ ਆਪ ਜੀ ਸਾਰੇ ਜਾਣਦੇ ਹੋ, ਉਹਦਾ ਪਹਿਲਾ ਪਾਠ ਹੈ ਸਖਸ਼ੀ ਜੀਵਨ। ਹੁਣ ਸਖਸ਼ੀ ਜੀਵਨ ਦੇ ਵਿੱਚ ਗੁਰੂ ਸਵਾਰਿਆਂ ਨੇ ਮਿਲ ਕੇ ਗੱਲਬਾਤ ਕਰਕੇ ਬੜੇ ਪਿਆਰ ਦੇ ਨਾਲ, ਬੜੀ ਕਲੈਰਿਟੀ ਦੇ ਨਾਲ ਤਿੰਨ ਚੀਜ਼ਾਂ ਅੰਕਿਤ ਕੀਤੀਆਂ, ਜਿਹਦੀ ਪੂਰੀ ਡਿਟੇਲ ਰਹਿਤ ਮਰਿਆਦਾ ਵਿੱਚ ਹੈ। ਪਹਿਲਾ ਹੈ ਨਾਮ ਬਾਣੀ ਦਾ ਅਭਿਆਸ, ਔਰ ਉਹ ਚੀਜ਼ ਜੁੜੀ ਹੈ ਸਾਡੇ ਨਿਤ ਦੇ ਰੂਟੀਨ ਨਾਲ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਨਾਮ ਬਾਣੀ ਦਾ ਅਭਿਆਸ, ਤਾਂ ਕਿ ਸਾਡੇ ਜੀਵਨ ਵਿੱਚ
ਉਹ ਪਿਆਰੇ, ਉਹ ਗੁਣਾਂ ਵਾਲੇ, ਉਹ ਦਰਵੇਸ਼ੀ, ਉਹ ਵਿਚਾਰ ਆਣ। ਤੇ ਸਭ ਤੋਂ ਪਹਿਲਾਂ ਸਿੱਖ ਨੇ ਨਾਮ ਬਾਣੀ ਨਾਲ ਜੁੜਨਾ ਹੈ। ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਹੋਏ, ਨਿਤਨੇਮ ਕਰਦੇ ਹੋਏ ਬਾਣੀ ਨਾਲ ਸਾਂਝ ਪਾਣੀ ਹੈ। ਤੇ ਫਿਰ ਗੁਰਮਤਿ ਦੀ ਰਹਿਣੀ ਦੀ ਗੱਲ ਹੈ, ਫਿਰ ਸੇਵਾ ਦੀ ਗੱਲ ਹੈ। ਤੇ ਪੂਰੀ ਦੀ ਪੂਰੀ ਸਿੱਖ ਦੀ ਜਿਹੜੀ ਸਖਸ਼ੀ ਜੀਵਨ ਦੀ ਇਹ ਜਿਹੜੇ 3 ਹਿੱਸੇ ਨੇ, ਉਹ ਬੜੇ ਸੋਹਣੇ ਤਰੀਕੇ ਨਾਲ ਰਹਿਤ ਮਰਿਆਦਾ ਚ ਅੰਕਿਤ ਨੇ। ਕੇਵਲ ਇਹ ਹੀ ਅੰਕਿਤ ਨਹੀਂ, ਨਾਲ ਇਹ ਵੀ ਲਿਖਿਆ ਹੈ ਕਿ ਜਦੋਂ ਪੰਥਕ ਜੀਵਨ ਦੀ ਵੀ ਗੱਲ ਆਉਂਦੀ ਹੈ ਨਾ ਜੀ, ਕਿਉਂਕਿ ਪੰਥ ਦਾ ਸਭ ਤੋਂ ਛੋਟਾ ਅੰਗ ਇੱਕ ਸਿੱਖ ਹੈ, ਕਿਉਂਕਿ ਸਾਰੇ ਸਿੱਖਾਂ ਦਾ ਸਮੂਹ ਹੀ ਪੰਥ ਬਣਦਾ ਹੈ। ਜਦ ਹਰ ਸਿੱਖ ਦੇ ਜੀਵਨ ਵਿੱਚ ਉਹ ਗੁਣਾਂ ਦੀ ਖੁਸ਼ਬੂ, ਉਹ ਗੁਰਬਾਣੀ ਦੀ ਖੁਸ਼ਬੂ ਆ ਜਾਏ, ਜਿਹੜੀ ਕਿ ਸਾਡੇ ਨਿਤ ਦੇ ਰੂਟੀਨ ਵਿੱਚ ਆ ਜਾਏ, ਤੇ ਮੈਨੂੰ ਜਾਪਦਾ ਹੈ ਕਿ ਜਿੰਨੇ ਵੀ ਸਾਡੇ ਪੰਥਕ ਮਸਲੇ ਨੇ, ਪੰਥਕ ਦਿੱਕਤਾਂ ਨੇ, ਅੱਜ ਦੇ ਸਾਹਮਣੇ ਜਿਹੜੀਆਂ ਵੀ ਸਾਡੀਆਂ ਚੁਣੌਤੀਆਂ ਨੇ, ਉਹਨਾਂ ਸਾਰਿਆਂ ਦਾ ਹੱਲ ਇਸ ਗੱਲ ਦੇ ਉੱਤੇ ਹੈ ਕਿ ਸਾਡੇ ਨਿੱਜੀ ਜੀਵਨ ਵਿੱਚ ਸਾਰਿਆਂ ਦੇ ਪਰਮਾਤਮਾ ਜੀ, ਵਾਹਿਗੁਰੂ ਜੀ, ਸਤਿਗੁਰੂ ਜੀ ਬਖਸ਼ਿਸ਼ ਕਰਨ ਕਿ ਸਾਡਾ ਜੀਵਨ ਗੁਰਬਾਣੀ ਅਨੁਸਾਰ ਹੋ ਜਾਏ, ਔਰ ਰੋਜ਼ ਅਸੀਂ ਬਾਣੀ ਨਾਲ ਜੁੜੀਏ, ਔਰ ਬਾਣੀ ਨਾਲ ਜੁੜਦੇ ਹੋਏ, ਗੁਣਾਂ ਦੀ ਨਾਲ ਸਾਂਝ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਗੱਲ ਕਰੀਏ। ਤੇ ਜਿਹੜੇ 2 ਪੱਖ ਨੇ, ਗੁਰੂ ਪੰਥ ਵਾਲੇ, ਅੰਮ੍ਰਿਤ ਸੰਸਕਾਰ ਵਾਲੇ, ਬਾਕੀ ਚੀਜ਼ਾਂ ਵੀ ਪੰਥਕ ਜੀਵਨ ਬਾਰੇ ਲਿਖੀਆਂ ਨੇ। ਇਹ ਪਹਿਲਾ ਸਟੈਪ ਇੰਡੀਵਿਜੂਅਲ ਦੇ ਜੀਵਨ ਨਾਲ ਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਨੇਮ, ਪ੍ਰੇਮ ਤੇ ਜੀਵਨ। ਸਾਰੀ ਬਾਣੀ, ਗੁਰਬਾਣੀ ਦੀ ਸਾਰੀ ਅਗਵਾਈ ਰਹਿਤ ਮਰਿਆਦਾ ਦੇ ਰੂਪ ਵਿੱਚ ਜੀਵਨ ਕਿਵੇਂ ਜੀਣਾ ਹੈ, ਨੇਮ, ਪ੍ਰੇਮ ਔਰ ਜੀਵਨ ਦੀ ਗੱਲ ਕਰਦੀ ਹੈ। ਹੁਣ ਇਹਨੂੰ ਥੋੜਾ ਜਿਹਾ ਆਪਾਂ ਅੱਗੇ ਤੁਰਨ ਦੀ ਕੋਸ਼ਿਸ਼ ਕਰੀਏ। ਉਹ ਇਹ ਹੈ, ਆਪਾਂ ਇੱਕ ਥੋੜੀ ਦੇਰ ਲਈ ਇਹ ਸਮਝ ਲਈਏ ਕਿ ਸਾਡਾ ਸਾਰਿਆਂ ਦਾ ਨਿੱਜੀ, ਸਮਾਜਿਕ ਔਰ ਧਾਰਮਿਕ ਜੀਵਨ ਜਿਹੜਾ ਹੈ, ਜੇਕਰ ਉਹ ਇੱਕ ਰੋਲ ਮਾਡਲ ਹੋ ਜਾਏ, ਪਰਸਨਲ ਤੌਰ ਤੇ, ਪ੍ਰੋਫੈਸ਼ਨਲ ਤੌਰ ਤੇ, ਸਮਾਜਿਕ ਤੌਰ ਦੇ ਉੱਤੇ, ਤੇ ਜਿਹੜਾ ਚੌਥਾ ਸਟੈਪ ਹੈ ਨਾ ਜੀ ਪ੍ਰਚਾਰ ਵਾਲਾ, ਉਹ ਆਪ ਮੁਹਾਰੇ ਹੀ ਹੋ ਜਾਵੇਗਾ। ਜਿੰਨੀਆਂ ਸਾਡੀਆਂ ਦਿੱਕਤਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਇਸ ਗੱਲ ਦੇ ਨਾਲ ਜੁੜ ਕੇ ਕਿ ਸਾਡਾ ਜੀਵਨ ਸਵੇਰ ਤੋਂ ਲੈ ਕੇ ਰਾਤ ਤੱਕ ਹਰ ਸਿੱਖ ਦਾ ਗੁਰਬਾਣੀ ਅਨੁਸਾਰ ਹੋਵੇ। ਹੁਣ ਇਹਨੂੰ ਥੋੜਾ ਜਿਹਾ ਆਪਾਂ ਆਪਸ ਵਿਚਾਰਦੇ ਹਾਂ। ਆਪ ਜੀ ਸਾਰੇ ਇਸ ਗੱਲ ਨੂੰ ਬਿਲਕੁਲ ਕਲੀਅਰਲੀ ਜਾਣਦੇ ਆ, ਮੈਂ ਤਾਂ ਸਿਰਫ ਰਿਪੀਟ ਹੀ ਕਰ ਰਿਹਾ ਕਿ ਜਿਹੜੀਆਂ ਛੋਟੀਆਂ ਚੀਜ਼ਾਂ, ਕਿਉਂਕਿ ਸਿੱਖੀ ਬਹੁਤ ਹੀ ਸਿੰਪਲ ਹੈ, ਗੁਰਬਾਣੀ ਜੀਵਨ ਜਾਤ ਬਹੁਤ ਸਿੰਪਲ ਹੈ, ਜੋ ਉਹਨੂੰ ਅਸੀਂ ਔਰ ਅਪਣਾਣਾ ਵੀ ਬਹੁਤ ਸਿੰਪਲ ਹੈ। ਸਾਡੇ ਜੀਵਨ 'ਚ ਜੇ ਇਸ ਤਰੀਕੇ ਨਾਲ ਆ ਜਾਏ ਔਰ ਅਸੀਂ ਐਵੇਂ ਕਰੀਏ ਤੇ ਪ੍ਰਚਾਰ ਦਾ ਜਿਹੜਾ ਕੰਮ ਹੈ, ਪ੍ਰਚਾਰ ਦੀ ਜਿਹੜੀ ਗੱਲ ਹੈ, ਜਿਹੜੀ ਸਮਾਜ ਦੇ ਸਾਹਮਣੇ ਦਿੱਕਤਾਂ ਨੇ, ਜਿਹੜੀ ਸਾਡੇ ਪੰਥ ਦੇ ਸਾਹਮਣੇ ਦਿੱਕਤਾਂ ਨੇ, ਉਹ ਆਪ ਮੁਹਾਰੇ ਠੀਕ ਹੋ ਜਾਣਗੀਆਂ। ਸਭ ਤੋਂ ਪਹਿਲਾਂ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਪਾਤਸ਼ਾਹ, ਕਿ ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਕਿ हे ਮਨੁੱਖ, हे ਸਿੱਖ, ਜਿੱਥੇ ਤੂੰ ਖੜਾ ਹੈ ਤੂੰ ਅੱਗੇ ਜਾਣਾ ਹੈ। ਇਹਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਸਾਨੂੰ ਲਗਾਤਾਰ ਅੱਗੇ ਪ੍ਰੇਰਿਤ ਕਰਦੀ ਹੈ, ਅੱਗੇ ਦੀ ਹੈ। ਤੇ ਜਦੋਂ ਪ੍ਰੋਗਰੈਸ ਕਰਨੀ ਹੋਵੇ ਨਾ ਜੀ, ਉੱਥੇ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਜਿਹਦਾ ਹੁਣ ਅਸੀਂ ਗੱਲ ਕਰਨੀ ਹੈ, ਜੀਵਨ ਦੀ ਸਫਲਤਾ ਦੇ ਨਾਲ ਔਰ ਅੱਗੇ ਵਧਣ ਤੋਂ ਗੱਲ। ਹੁਣ ਗੁਰੂ ਪਾਤਸ਼ਾਹ ਦਾ ਅੱਗੇ ਵਧਣ ਤੋਂ ਕੀ ਭਾਵ ਹੈ ਇੱਥੇ, ਇਹਨੂੰ ਜਰਾ ਆਪਾਂ ਸਮਝਦੇ ਹਾਂ। ਹੁਣ ਪਰਮਾਤਮਾ ਦੀ ਰਹਿਮਤ ਬਖਸ਼ਿਸ਼ ਨਾਲ ਆਪਾਂ ਸਾਰੇ ਮਨੁੱਖੀ ਜਾਮੇ 'ਚ ਜੀ ਰਹੇ ਹਾਂ, ਭਾਵੇਂ ਗੁਰਮਤਿ ਅਨੁਸਾਰ ਦੇਖੀਏ, ਭਾਵੇਂ ਸਾਇੰਸ ਦੇ ਮੁਤਾਬਿਕ ਦੇਖੀਏ, ਕਿਸੇ ਐਂਗਲ ਤੋਂ ਵੀ ਦੇਖੀਏ, ਸਾਰੇ ਇੱਕ ਮਤ ਨੇ ਕਿ ਮਨੁੱਖੀ ਜ਼ਿੰਦਗੀ ਤੋਂ ਵਧੀਆ ਹੋਰ ਕੋਈ ਜ਼ਿੰਦਗੀ ਨਹੀਂ ਹੈ। ਮਨੁੱਖ ਨੂੰ ਪਰਮਾਤਮਾ ਨੇ ਬਖਸ਼ਿਸ਼ ਕਰਕੇ ਇਹੋ ਜਿਹੇ ਗੁਣਾਂ ਨਾਲ ਸਜਾਇਆ ਹੈ ਕਿ ਉਹ ਅੱਗੇ ਵੱਧ ਸਕਦਾ ਹੈ, ਔਰ ਪੂਰਾ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਮਨੁੱਖ ਅੱਗੇ ਵੱਧ ਸਕਦਾ ਹੈ। ਪਿੱਛੇ ਜਾਣ ਤੋਂ ਭਾਵ ਹੈ ਮਨੁੱਖ ਹੁੰਦਾ ਹੋਇਆ ਪਸ਼ੂ ਵਾਲੇ ਕੰਮ ਕਰੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਤਾਂ ਪਿੱਛੇ ਜਾਣ ਵਾਲਾ ਕੰਮ ਹੋ ਗਿਆ। ਜੇ ਇਨਸਾਨ ਵਾਲੇ ਕੰਮ ਕਰਦਾ ਹੈ ਤੇ ਉੱਥੇ ਹੀ ਖੜਾ ਹੈ।
पर गुरु पातशाह तो कहने प्राणी तू आया लाहा लैन, लगा कित को फकड़े सब मुकदी चली रहन। ते सिख ने ते अगे वधना है, किथे वधना है? मनुख हुंदा होया हुण सिख इस गल का ध्यान रखे कि मनुख तां रहे ही रहे, उस तो भी अगे वधे। किवें वधे? ते आपां ये जिहड़ा कीपिंग द एंड इन माइंड वाली गल है ना जी, जिस किसी इंसान ने तरक्की की है वो हमेशा ये जरूर निशानदेही कर लेंदा भी मैं जाना कित्थे है। जिवें आपां एक शहर तो दूसरी जगह जाना होवे ते आपां नोट कर लेने मैं फलानी जगह जाना है और जीपीएस ते पा दिंने हैं और आपां उत्थे पहुंच जांदे हैं। हुण जदों गुरु पातशाह अगे वधन की गल करते हैं तो यदा मतलब है कि साडा नेम, प्रेम और जीवन अगे वधन वाला होवे। हुण किवें होवे? आसा की वार च गुरु साहब बहुत ही प्यारे और बहुत ही क्लीयर ढंग नाल एक चीज समझाते हैं। गुरु साहब कहने जित सेविए सुख पाई है, सो साहेब सदा संभालिए, जित कीता पाइए अपना, सो काल बुरी क्यों कालिए, मंदा मूल न कीचे दे लंबी नजर निहालिए, ज्यों साहेब नाल ना हारिए ते वेहा पासा ढालिए, किछ लाहे उपर कालिए। असी लाहे दी गल करनी है। साडी एंड इन माइंड इज लाहा, प्रॉफिट। साडी एंड इन माइंड इज कि असी अगे वधना है। हुण अगे वधन दी गल जिहड़ी है गुरबाणी रोज सानू चेते करांदी है, बड़ी सिंपल है। और फिर मैं बेनती कर रहा सीगा कि सिक्खी दे 3 बड़े विलखण पक्ष ने कि सिक्खी यूनिवर्सल है, सिक्खी प्रैक्टिकल है, सिक्खी सिंपल और ईजी है, जिसनों इसे रूप विच प्रचारण की लोड़ भी है। तो जदों असीं गल करते ना एंड इन माइंड, कोई भुलेखा नहीं। गुरु पातशाह कहते ने, गुरु अर्जन पातशाह दे मुखारबिंद तो रोज असीं रहरास साहब याद करते हैं, पई प्राप्त मानुख देहुरिया गोबिंद मिलन की एह तेरी बरिया। ते साडे जीवन का जिहड़ा टीचा है नेम, प्रेम ते जीवन। हुण जीवन का टीचा की है? वो है प्रभु प्राप्ति, गोबिंद नाल मिलना। यह है अगांह कुतरांग कि पहला तो सुचेत रहिए कि पिछे ना गिर जाइए, जीवन सिख की तरह जीवीए, गुरमुखताई वाला जीवन होवे। तो दूजी गल ये कि सतगुरु की बख्शिश सदका, रहमत सदका असी अगांह कुतरांग हो सकीए गोबिंद मिलन की जिहड़ी गल है। हुण सवाल पैदा हो जाता है कि गोबिंद की प्राप्ति किवें होवे, परमात्मा की प्राप्ति किवें होवे? बस अगांह वधन की पहली सीढ़ी गुरु पातशाह ने शुरू ही इत्थों की है। जपजी साहब सब तो वड्डा फंडामेंटल क्वेश्चन और सब तो वड्डा फंडामेंटल आंसर गुरु नानक पातशाह ने पहली पौड़ी च लिखता है। किवें लिखिया है? साहब कहते ने किव सचियारा होई है, किव कूड़ा टुटै पाल, हुक्म रजाई चलना नानक लिखिया नाल। हुण गल शुरू होंदी है रूटीन तो, गल शुरू होंदी है सवेर तो, गल शुरू होंदी है नेम तो। फिर जे आ नेम है साडा कि असीं परमात्मा दी मिलन लई गुरबाणी अनुसार असीं रोज एक प्रेरणा लैने हैं कि वाहिगुरु जी तू मैनू मनुख बनाया है इस करके कि मैं अगे वध सकां। ते गुरु नानक पातशाह कहते ने वधेगा तां जे तू सचियार बनेगा, वधेगा तां जदों तेरी कूड़ दी पाल टुटेगी। ते होएगा किवें? ओ परमात्मा दी हुक्म रजा विच चलन नाल, परमात्मा दा जिहड़ा तौर तरीका, परमात्मा दा जिहड़ा लॉ है उहदे मुताबिक चलेगा तां तैनूं इस गल दी प्राप्ति होएगी। ते आ जिहड़ी सिंपल गल है निता प्रति रूटीन दे विच नेम नाल सिख रोज याद करदा है कि वाहिगुरु जी मैं सचियार किवें होवां। ते गुरु पातशाह कहंदे ने उहदे हुक्म विच तुर। आपां हुण थोड़ा जिहा इहनूं होर सिंपल तौर ते समझण दी कोशिश करदे हां। बड़ी ही प्यारी व्योंत, बड़ी ही सिंपल व्योंत, बड़ी ही सुचज्जी व्योंत
ਜਿਹੜੀ ਹੈ ਗੁਰੂ ਪਾਤਸ਼ਾਹ ਇਸ ਸ਼ਬਦ ਵਿੱਚ ਸਾਡੇ ਸਾਹਮਣੇ ਰੱਖਦੇ ਆ। ਮੈਂ ਪੂਰਾ ਸ਼ਬਦ ਤਾਂ ਨਹੀਂ, ਉਹਦੀਆਂ ਕੁਝ ਪੰਕਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 62 ਤੇ ਸੁਸ਼ੋਭਿਤ ਨੇ, ਉਹਦੇ 'ਚ ਗੱਲ ਕੀਤੀ ਗਈ ਹੈ ਇਹੀ ਹੁਕਮ ਰਜਾਈ ਦੀ। ਉੱਥੇ ਖਸਮ ਰਜਾਏ ਲਿਖਿਆ, ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇਤੀ ਲਿਵ ਲਾਏ। ਹੁਣ ਆ ਜਿਹੜੀ ਲਿਵ ਹੈ, ਇਹ ਜਿਹੜਾ ਨੇਮ ਹੈ, ਇਹ ਜਿਹੜਾ ਪ੍ਰੇਮ ਹੈ, ਇਹ ਜਿਹੜਾ ਜੀਵਨ ਹੈ, ਇਹਨੂੰ ਕਿਹਦੇ ਨਾਲ ਜੋੜਨਾ ਹੈ? ਗੁਰੂ ਪਾਤਸ਼ਾਹ ਕਹਿੰਦੇ ਆ ਕਿ ਜਿਨ ਤਨ ਮਨ ਸਾਜ ਸ਼ਿੰਗਾਰਿਆ। ਹੇ ਮਨੁੱਖ, ਹੇ ਸਿੱਖ, ਜਿਹੜੇ ਪਰਮਾਤਮਾ ਨੇ ਤੇਰਾ ਤਨ ਮਨ ਸਜਾਇਆ ਹੈ, ਤੈਨੂੰ ਬਣਾਇਆ ਹੈ, ਪੁੱਤਰੀ ਤੇਰੀ ਬਿਦਕਰ ਥਾਟੀ, ਉਹ ਸੇਤੀ ਲਿਵ ਲਾ। ਹੁਣ ਪਹਿਲੀ ਪੌੜੀ ਔਰ ਇਸ ਕਮਾਲ ਦੀ ਪੰਕਤੀਆਂ ਨੂੰ ਆਪਾਂ ਦੋਨਾਂ ਨੂੰ ਇਕੱਠੇ ਰੱਖ ਕੇ ਦੇਖੀਏ ਜੀਵਨ ਜੁਗਤ ਚ, ਨੇਮ, ਪ੍ਰੇਮ ਤੇ ਜੀਵਨ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਨਿਤਾ ਪ੍ਰਤੀ ਭਾਈ, ਜੇ ਤੂੰ ਕੁਝ ਕੰਮ ਕਰੇਗਾ ਤੇ ਤੈਨੂੰ ਲਾਹਾ ਨਹੀਂ ਮਿਲਣਾ। ਲਾਹਾ ਕਿਵੇਂ ਮਿਲੇਗਾ? ਤੂੰ ਅੱਗੇ ਕਿਵੇਂ ਜਾਏਗਾ? ਤੇ ਉਸ ਟਾਈਮ ਜੋ ਕੁਝ ਇਨਸਾਨ ਲਾਹੇ ਨੂੰ ਸੋਚ ਕੇ ਕੰਮ ਕਰ ਰਿਹਾ ਸੀਗਾ, ਗੁਰੂ ਸਾਹਿਬ ਨੇ ਉਸ ਤੋਂ ਸੁਚੇਤ ਕੀਤਾ ਹੈ। ਉਹੀ ਗੱਲ ਜਪਜੀ ਸਾਹਿਬ 'ਚ ਵੀ ਲਿਖੀ ਹੈ ਤੇ ਉਹੀ ਗੱਲ ਇੱਥੇ ਵੀ ਗੁਰੂ ਪਾਤਸ਼ਾਹ ਕਹਿ ਰਹੇ ਨੇ, ਸਰੀਰ ਦੇ ਤੌਰ ਤੇ ਕੀਤੇ ਗਏ ਕੰਮ ਜਿਨ੍ਹਾਂ ਵਿੱਚ ਮਨ ਨਾਲ ਨਹੀਂ ਹੈ, ਜਿਨ੍ਹਾਂ ਵਿੱਚ ਸ਼ੁੱਧ ਵਿਚਾਰ ਨਹੀਂ ਹੈ, ਜਿਨ੍ਹਾਂ ਵਿੱਚ ਨਿਰਮਲ ਭਾਵਨਾ ਨਹੀਂ ਹੈ, ਉਹਨਾਂ ਸਰੀਰ ਦੇ ਕੀਤੇ ਹੋਏ ਸਾਰੇ ਕੰਮ ਨੇਫਲ ਨੇ। ਇੰਨੇ ਵੱਡੇ ਕੰਮਾਂ ਨੂੰ ਗੁਰੂ ਪਾਤਸ਼ਾਹ ਨੇ ਨੇਫਲ ਕਹਿ ਦਿੱਤਾ। ਕਹੇ ਜੇ ਤਨ ਬੈਸੰਤਰ ਹੋਮੀਐ, ਇੱਕ ਰੱਤੀ ਤੋਲ ਕਟਾਏ। ਜੇ ਇਨਸਾਨ ਆਪਣੇ ਸਰੀਰ ਦਾ ਪੋਟਾ ਪੋਟਾ ਇੱਕ ਰੱਤੀ ਤੋੜ ਕੇ ਕੱਟ ਕੇ ਜੇ ਅਗਨ ਵਿੱਚ ਪਾ ਦੇਵੇ, ਤਨ ਮਨ ਸਮਦਾ ਜੇ ਕਰੀ ਅੰਦਿਨ ਅਗਨ ਜਲਾਏ। ਜਿਵੇਂ ਹਵਨ ਕਰਨ ਵਾਲੇ ਅਹੂਤੀ ਦਿੰਦੇ ਨੇ, ਜੇ ਉਸ ਤਰੀਕੇ ਨਾਲ ਵੀ ਆਪਣੇ ਸਰੀਰ ਦਾ ਪੁਰਜਾ ਕੱਟ ਕੇ ਵੀ ਇਨਸਾਨ ਪਾ ਦੇਵੇ ਤਾਂ ਵੀ ਸਚਿਆਰ ਨਹੀਂ ਬਣ ਸਕਦਾ, ਕਿਉਂਕਿ ਜਿਹੜੇ ਅੰਦਰ ਦੀ ਵਿਚਾਰ ਔਰ ਭਾਵਨਾ ਨੇ, ਜੇ ਉਹ ਸੱਚੇ ਨਹੀਂ ਬਣੇ ਤਾਂ ਸਰੀਰ ਨੂੰ ਗਵਾ ਕੇ ਵੀ ਕੁਝ ਨਹੀਂ ਬਣਦਾ। ਸਾਹਿਬ ਕਹਿੰਦੇ ਨੇ, ਹਰ ਨਾਮੇ ਤੁਲਨਾ ਪੂਜਈ, ਜੇ ਲੱਖ ਕੋਟੀ ਕਰਮ ਕਮਾਏ। ਜਿੰਨੇ ਵੀ ਕਰੋੜਾਂ ਕੰਮ ਨੇ, ਜਿਨ੍ਹਾਂ ਵਿੱਚ ਜੋ ਕੁਝ ਵੀ ਕਰ ਲਈਏ, ਉਹ ਜਿਹੜੇ ਨੇਮ ਪ੍ਰੇਮ, ਜਿਹੜੇ ਗੁਰੂ ਤੋਂ ਵੱਖਰਾ ਨੇਮ ਪ੍ਰੇਮ ਹੈ, ਉਹਦੇ ਨਾਲ ਜੀਵਨ ਨਹੀਂ ਬਣਨਾ। ਅਰਧ ਸਰੀਰ ਕਟਾਈ ਹੈ, ਸਿਰ ਕਰਵਤ ਧਰਾਏ। ਬੰਦਾ ਆਪਣੇ ਸਰੀਰ ਦਾ ਦੋਫਾੜ ਵੀ ਕਰਾ ਲਵੇ। ਤਨ ਹੈਮੰਚਲ ਗਾਲੀਏ ਪੀ, ਮਨ ਤੇ ਰੋਗ ਨਾ ਜਾਏ। ਆ ਜਿਹੜਾ ਦਿੱਕਤ ਹੈ, ਇਹ ਇਨਸਾਨ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ? ਆ ਜਿਹੜੀ ਹਉਮੈ ਵਾਲੀ, ਕਿ ਮੈਂ ਕੁਝ ਹਾਂ, ਮੈਂ ਕੁਝ ਕਰ ਸਕਦਾ ਹਾਂ। ਜਦੋਂ ਇਨਸਾਨ ਰੱਬ ਤੋਂ ਟੁੱਟਦਾ ਹੈ, ਬਾਣੀ ਤੋਂ ਟੁੱਟਦਾ ਹੈ, ਉਹ ਕਿਹਦੇ ਨਾਲ ਜੁੜਦਾ? ਗੁਣ ਨਾਲ ਨਹੀਂ ਜੁੜਦਾ, ਉਹ ਅਵਗੁਣਾਂ ਨਾਲ ਜੁੜਦਾ ਹੈ। ਤੇ ਜੇਕਰ ਨੇਮ ਤੇ ਪ੍ਰੇਮ ਸਾਡਾ ਬਾਣੀ ਨਾਲ ਹੋਵੇ, ਜੇਕਰ ਅੰਤਰ ਆਤਮੇ ਪਰਮਾਤਮਾ ਨਾਲ ਪ੍ਰੀਤ ਬਣ ਆਏ, ਸਤਿਗੁਰੂ ਬਖਸ਼ਿਸ਼ ਕਰਨ ਵੀ ਸਾਡੇ ਸਾਰਿਆਂ ਦੀ ਪ੍ਰੀਤ ਬਣੇ ਆਵੇ ਬਾਣੀ ਨਾਲ। ਸਾਹਿਬ ਕਹਿੰਦੇ ਨੇ ਕਿ ਜਿੰਨੀ ਪ੍ਰੀਤ ਬਾਣੀ ਨਾਲ ਹੋਵੇਗੀ, ਜਿੰਨੀ ਪ੍ਰੀਤ ਗੁਰਬਾਣੀ ਨਾਲ ਹੋਵੇਗੀ, ਉਨੇ ਹੀ ਹਉਮੈ ਦੇ ਰੋਗ ਤੋਂ ਅਸੀਂ ਬਚੇ ਰਹਾਂਗੇ। ਇਸ ਕਰਕੇ ਨਿਤ ਦਾ ਨੇਮ ਜਿਹੜਾ ਸਾਡਾ ਹੈ, ਉਹ ਸਾਨੂੰ ਇਹਨਾਂ ਦਿੱਕਤਾਂ ਤੋਂ ਬਚਾਉਂਦਾ ਹੈ। ਕਿਹੜੀ ਦਿੱਕਤਾਂ? ਜਿਹੜੀਆਂ ਰੋਜ਼ ਸਾਨੂੰ ਸਾਡੇ ਸਾਹਮਣੇ ਆਉਂਦੀਆਂ, ਹਉਮੈ ਵਾਲੇ ਰੋਗ ਦੀ, ਇਹ ਜਿਹੜੀ ਵਡੱਪਨ ਦੀ, ਇਹ ਪਰਮਾਤਮਾ ਤੋਂ ਟੁੱਟਣ ਦੀ, ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਤੋਂ ਪ੍ਰਭਾਵਿਤ ਹੋਣ ਦੀ। ਇਸੇ ਕਰਕੇ ਉਹ ਕਮਾਲ ਦੀ ਜਿਹੜੀ ਜੀਵਨ ਜੁਗਤ ਹੈ, ਜਿਹੜੀ ਸਿੱਖ ਦੀ ਜੀਵਨ ਜੁਗਤ ਹੈ, ਜਿਹੜੀ ਗੁਰਬਾਣੀ ਦੀ ਜੀਵਨ ਜੁਗਤ ਹੈ ਸਾਹਿਬ, ਇਸ ਲਈ ਆਪਾਂ ਗਾਹੇ ਬਗਾਏ ਹੀ ਗੱਲ ਕਹਿੰਦੇ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਇੰਨੀ ਕਲੈਰਿਟੀ ਨਾਲ ਗੁਰੂ ਪਾਤਸ਼ਾਹ ਨੇ ਪਹਿਲੀ ਪੌੜੀ 'ਚ ਵੀ ਤੇ ਇੱਥੇ ਵੀ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਾਰੇ ਕੰਮਾਂ ਤੋਂ ਉੱਤੇ
परमात्मा दी रहमत नदर बख्शिश दे सदका जे साडा जीवन आचार चंगा हो जाए ते जीवन आचार जुड़िया है साडे विचारां नाल, साडे विचारां नाल प्रेम नाल, ते उस विचार दे मुताबिक जीवन जीवन नाल ते फिर गल बन जाएगी। इस गल नूं बनाउण लई ही जिवें आपां कहने हैं कि साडा नित दा नेम पक्का हो जाए, नित दा प्रेम पक्का हो जाए, ते साडे जीवन दा फंडामेंटल सिंपल मैथड की है जिन्हों असीं सचों उरे सबको ऊपर सच आचार ते सच्चे आचार वाला वो जमाना सी जदों सिख दा आचार बहुत उच्चा सुच्चा सी ते उस टाइम सिख प्रचार भी बहुत उच्चा सुच्चा सी। अज मुड़ इस गल ते पहरा दे के कल्ले कल्ले सानू सारियां नू गुरबाणी नाल जुड़दे हुए, गुरबाणी नाल प्रेम करते हुए, गुरु पातशाह ते इत्थे तक कहने हैं कि अंतर प्रेम प्राप्त दर्शन गुरबाणी स्यों प्रीत सो परसन। किन्नियां कमाल दी साहब दी बख्शिश है। अंतर प्रेम प्राप्त दर्शन गुरबाणी स्यों प्रीत सो परसन। सिख दे दा हर मुश्किल दा हल गुरबाणी है, सिख दी टेक गुरबाणी है, सिख दा विचार गुरबाणी है, सिख दा जीवन गुरबाणी है, सिख दी सारी अगवाई गुरबाणी है। जिन्नी गुरबाणी नाल प्रेम बनेगा, जिन्नी गुरबाणी नाल साडी सांझ बनेगी, जिन्ना गुरबाणी दा प्रचार होएगा, जिन्ना आपां गुरबाणी नाल जुड़ांगे ते उत्थे की हो जाएगा, सच्चों उरे सबको ऊपर सच आचार। साहब कहते ने सतगुर की बाणी सत स्वरूप है, गुरबाणी बणी है। ते जिथे असीं गुरबाणी दे दर्शन करते हैं, गुरबाणी नाल जुड़ते हैं, ते गल आपां उत्थों ही शुरू कीती सी नेम तो। जदों सवेर दा नेम, शाम दा नेम, दिने दा नेम, गुरु साहब तो इत्थे तक कहते हैं कि हाथ पाम कर काम सब चीत निरंजन ना। गुरु साहब ने कम छड्डण दी गल नहीं कीती, गुरु साहब ने दुनिया तो भज्जण दी गल नहीं कीती। गुरु साहब ने यह कहा है कि सारे काम करते हुए, हाँ शुरुआत सवेर तो है, जही जी इंसान दी सवेर दी रूटीन हुंदी है, उहदा सारे दिन ते असर हुंदा है। जिहा जा इंसान इसे करके बाणी पढ़न, संगत करन, सहज पाठ करन दी हिदायत जड़ी है सिख नूं साहब करदे ने। एक होर गल करके आपां समाप्ति वल तुरांगे, वो ये है कि बड़ी ही सौखी गल है सिक्खी दे विच। सिक्खी दी हर चीज जुड़ी है सांझ करीजै गुणा केरी, छोड़ अवगुण चली। असीं हर चीज च गुण लभ सकते हैं, हरेक चीज। जदों असीं सांझ गुणा नाल करांगे, अवगुणा तो अपने आप दूर हो जावांगे। जे साडी नजर परमात्मा गुण है, गुरबाणी गुण है, बोलण विच गुण आ जाण, सुनण दे विच गुण आ जाण, जीवन दे विच गुण आ जाण, साडे आचार विहार च गुण आ जाण, पंथ गुणा खजाना बन जावे। गुरबाणी तक गुणा दा खजाना ही। जे साडे सारे काम गुण वाले होण, डिसिपलिन वाले होण, तां अगां कू तरांग करना सौखा हो जाएगा। अगली गल आंदी है लास्ट वाली, प्रचार दी। प्रचार सब तो वड्डा प्रचार यही हो जाता है जदों सिख सिख बन निबड़दा है, जिन्हों आम तौर पर कहने हैं कि जदों कोई इंसान रोल मॉडल बनता है। जेड़े जेड़े वीर भैन यह जे इतिहास विच होए ने, जिन्हां दा जीवन नूं देख के बाकी लोकां नूं पलटा आ गया, वो कौन सन? उन्हां दे जीवन च बाणी सी, उन्हां दे जीवन च सहज सी, उन्हां दे जीवन च चंगियाई सी, उन्हां दे जीवन च निर्मलता सी, उन्हां दे जीवन च अच्छाई सी, उन्हां दे जीवन च डिसिपलिन सी। आपां सारे
ਜਿਹੜੇ ਪੰਥ ਦਾ ਦਰਦ ਰੱਖਦੇ ਹੈ ਤੇ ਇਸ ਕਰਕੇ ਮਿਲ ਜੁਲ ਕੇ ਇੱਕ ਦੂਜੇ ਨਾਲ ਮਿਲ ਕੇ ਕੁਝ ਅਜਿਹਾ ਕਰੀਏ ਤਾਂ ਕਿ ਗੁਣਾਂ ਦੀ ਗੱਲ ਹਰ ਪਲੇਟਫਾਰਮ ਤੇ ਹਰ ਜਗ੍ਹਾ, ਬਾਣੀ ਦੀ ਗੱਲ ਹਰ ਜਗ੍ਹਾ ਸਾਡੇ ਜੀਵਨ ਦਾ ਹਿੱਸਾ ਬਣੇ। ਇੰਨੇ ਸਾਰੇ ਬਹੁਤ ਵਧੀਆ ਉਪਰਾਲੇ ਆਫ ਲੇਟ ਵੀਰ ਜੀ ਹਰਜੀਤ ਸਿੰਘ ਜੀ ਵੀ ਕਰ ਰਹੇ ਨੇ ਵੈਬੀਨਾਰਸ ਵਗੈਰਾ ਦੇ ਰਾਹੀਂ, ਤੇ ਆਪਾਂ ਨੇਮ ਨਾਲ ਜੁੜੀਏ, ਆਪਣੇ ਇਹ ਨੇਮ ਬਣਾ ਲਈਏ ਕਿ ਗੁਰਬਾਣੀ ਨਾਲ ਜੁੜਨਾ ਹੈ, ਗੁਰਬਾਣੀ ਨੂੰ ਸਮਝਣਾ ਹੈ, ਪੜ੍ਹਨਾ ਹੈ ਤੇ ਅਪਣਾਉਣਾ ਹੈ। ਤੇ ਜਦੋਂ ਇਹ ਕਰਾਂਗੇ ਤੇ ਪ੍ਰਚਾਰ ਕਰਨਾ ਸੌਖਾ ਕੰਮ ਹੋ ਜਾਏਗਾ, ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਗੱਲ ਕਹੀ ਹੈ ਆਪਣੇ ਜੀਵਨ ਨੂੰ ਸੁਧਾਰਨ ਦੀ, ਉੱਥੇ ਨਾਲ ਗੁਰੂ ਸਾਹਿਬ ਇਹ ਵੀ ਕਹਿੰਦੇ ਹੈ ਕਿ ਅਸੀਂ ਆਪ ਜਪਣਾ ਹੈ ਤੇ ਅਵਰਹਿ ਨਾਮ ਜਪਾਨ ਦੀ ਵੀ ਗੱਲਬਾਤ ਕਰਨੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਹਿਬ ਬਖਸ਼ਿਸ਼ ਕਰਨ, ਨਦਰ ਕਰਨ, ਸਾਡੇ ਜੀਵਨ ਦੇ ਵਿੱਚ ਬਾਣੀ ਦੀ ਰੋਸ਼ਨੀ, ਬਾਣੀ ਦਾ ਪਿਆਰ, ਬਾਣੀ ਨਾਲ ਦ੍ਰਿੜਤਾ ਬਣੇ ਆਵੇ ਤਾਂ ਕਿ ਪੰਥ ਅੱਗੇ ਵਧ ਸਕੇ। ਫਾਇਦਾ ਦੋਨੋਂ ਪਾਸੇ ਹੈ, ਜੀਵਨ ਵੀ ਅੱਗੇ ਵਧੇਗਾ। ਇਹ ਅਨਮੋਲ ਜੀਵਨ ਜਿਹੜਾ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ, ਜਿੱਥੇ ਇਹਦੀ ਸਫਲਤਾ ਹੋਏਗੀ, ਇਹ ਸੱਚਿਆਰ ਬਣ ਪਾਏਗਾ, ਉੱਥੇ ਹੀ ਸਮਾਜ ਜਿਹੜਾ ਵੱਖਰੀ ਦਿੱਕਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ, ਪੰਜਾਬ ਜਿਹੜਾ ਦਿੱਕਤਾਂ ਚੋਂ ਗੁਜ਼ਰ ਰਿਹਾ ਹੈ, ਉਹਨਾਂ ਸਾਰਿਆਂ ਦਾ ਇੱਕੋ ਹੱਲ ਹੈ ਕਿ ਬਾਣੀ ਨਾਲ ਸਾਂਝ ਕਰਦੇ ਹੋਏ, ਗੁਣਾਂ ਨਾਲ ਸਾਂਝ ਕਰਦੇ ਹੋਏ ਅਸੀਂ ਸ਼ਖਸੀ ਤੌਰ ਤੇ ਪੰਥਕ ਤੌਰ ਤੇ ਇਸ ਵੱਡੇ ਕਾਫਲੇ ਦਾ ਹਿੱਸਾ ਬਣੀਏ, ਗੁਰਬਾਣੀ ਨੂੰ ਵਿਚਾਰੀਏ, ਗੁਰਬਾਣੀ ਨੂੰ ਧਾਰੀਏ ਤੇ ਗੁਰਬਾਣੀ ਨੂੰ ਪ੍ਰਚਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।